प्यारे बच्चों, सत श्री अकाल। मैं सुखदेव सिंह, साइंस मास्टर, सरकारी सीनियर सैकंडरी स्कूल नाजोचक पठानकोट विखे पढ़ा रहा हाँ। ਅੱਜ ਅਸੀਂ 7ਵੀਂ ਜਮਾਤ ਦਾ ਵਿਗਿਆਨ ਵਿਸ਼ੇ ਦਾ ਪਾਠ 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ ਬਾਰੇ ਪੜਾਂਗੇ। ਵਿਦਿਆਰਥੀਓ, ਰੋਜ਼ਾਨਾ ਜੀਵਨ ਵਿੱਚ ਸਾਨੂੰ ਆਲੇ ਦੁਆਲੇ ਬਹੁਤ ਸਾਰੇ ਪਰਿਵਰਤਨ ਦਿਖਾਈ ਦਿੰਦੇ ਹਨ। ਇਹਨਾਂ ਪਰਿਵਰਤਨਾਂ ਵਿੱਚ ਇੱਕ ਜਾਂ ਵਧੇਰੇ ਪਦਾਰਥ ਸ਼ਾਮਲ ਹੋ ਸਕਦੇ ਹਨ। ਉਦਾਹਰਣ ਵਜੋਂ ਖੰਡ ਦਾ ਘੋਲ ਬਣਾਉਣਾ ਇੱਕ ਪਰਿਵਰਤਨ ਹੈ। ਦੁੱਧ ਤੋਂ ਦਹੀਂ ਬਣਾਉਣਾ ਇੱਕ ਪਰਿਵਰਤਨ ਹੈ। ਦੁੱਧ ਦਾ ਖੱਟਾ ਹੋਣਾ ਵੀ ਇੱਕ ਪਰਿਵਰਤਨ ਹੈ। ਖਿੱਚਿਆ ਹੋਇਆ ਰਬੜ ਬੈਂਡ ਵੀ ਕਿਸੇ ਪਰਿਵਰਤਨ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਹੋਰ ਪਰਿਵਰਤਨ ਜਿਨ੍ਹਾਂ ਨੂੰ ਅਸੀਂ ਆਪਣੇ ਆਲੇ ਦੁਆਲੇ ਵੇਖਦੇ ਹਾਂ। ਰੋਜ਼ਾਨਾ ਜੀਵਨ ਵਿੱਚ ਹੋ ਰਹੇ ਕੁਝ ਪਰਿਵਰਤਨਾਂ ਦੀਆਂ ਉਦਾਹਰਨਾਂ ਜਿਵੇਂ ਪੇਪਰ ਦਾ ਕੱਟਣਾ, ਕਟਿੰਗ ਆਫ ਪੇਪਰ, ਚਾਕ ਪਾਊਡਰ ਤੋਂ ਚਾਕ ਬਣਾਉਣਾ, ਕਨਵਰਸ਼ਨ ਆਫ ਚਾਕ ਪਾਊਡਰ ਇਨਟੂ ਚਾਕ ਸਟਿਕ, ਬਰਫ਼ ਦਾ ਪਿਘਲਣਾ ਅਤੇ ਪਾਣੀ ਦਾ ਜੰਮਣਾ, ਮੈਲਟਿੰਗ ਆਫ ਆਈਸ ਐਂਡ ਫਰੀਜ਼ਿੰਗ ਆਫ ਵਾਟਰ, ਪਾਣੀ ਦਾ ਉਬਲਣਾ ਅਤੇ ਭਾਫ਼ ਦਾ ਸੰਘਣਨ, ਬੋਇਲਿੰਗ ਆਫ ਵਾਟਰ ਐਂਡ ਕੰਡੈਂਸੇਸ਼ਨ ਆਫ ਸਟੀਮ, ਲੋਹੇ ਦਾ ਬਲੇਡ ਲਾਲ ਹੋਣ ਤੱਕ ਗਰਮ ਕਰਨਾ, ਹੀਟਿੰਗ ਆਫ ਬਲੇਡ ਟੂ ਦਾ ਰੈੱਡ ਹੌਟ ਸਟੇਜ, ਮੋਮ ਦਾ ਪਿਘਲਣਾ, ਮੈਲਟਿੰਗ ਆਫ ਵੈਕਸ, ਆਈਸ ਕ੍ਰੀਮ ਬਣਾਉਣਾ, ਮੇਕਿੰਗ ਆਫ ਆਈਸ ਕ੍ਰੀਮ, ਖਿੜਕੀ ਦੇ ਸ਼ੀਸ਼ੇ ਦਾ ਟੁੱਟਣਾ, ਬ੍ਰੇਕਿੰਗ ਆਫ ਗਲਾਸ ਪੈਨ, ਗਲਾਸ ਪਾਈਪ ਦਾ ਗਰਮ ਕਰਨ 'ਤੇ ਮੁੜਨਾ, ਬੈਂਡਿੰਗ ਆਫ ਗਲਾਸ ਟਿਊਬ ਬਾਈ ਹੀਟਿੰਗ। ਫਿਜ਼ੀਕਲ ਐਂਡ ਕੈਮੀਕਲ ਚੇਂਜਸ, ਭੌਤਿਕ ਐਂਡ ਰਸਾਇਣਿਕ ਪਰਿਵਰਤਨ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਚਿੱਤਰ ਵਿੱਚ ਵੇਖ ਰਹੇ ਹੋ, ਲੱਕੜ ਨੂੰ ਕੱਟਣਾ ਇੱਕ ਭੌਤਿਕ ਪਰਿਵਰਤਨ ਹੈ, ਕਿਉਂਕਿ ਲੱਕੜ ਨੂੰ ਕੱਟਣ ਨਾਲ ਕੋਈ ਨਵਾਂ ਪਦਾਰਥ ਨਹੀਂ ਬਣਦਾ ਹੈ। ਲੱਕੜ ਦਾ ਜਲਣਾ ਇੱਕ ਰਸਾਇਣਿਕ ਪਰਿਵਰਤਨ ਹੈ, ਕਿਉਂਕਿ ਲੱਕੜ ਜਲਣ ਤੋਂ ਬਾਅਦ ਰਾਖ ਇੱਕ ਨਵੇਂ ਗੁਣਾਂ ਵਾਲਾ ਨਵਾਂ ਪਦਾਰਥ ਬਣ ਜਾਂਦਾ ਹੈ। ਗਲਾਸ ਦੇ ਵਿੱਚ ਪਾਣੀ ਦਾ ਜੰਮਣਾ ਇੱਕ ਭੌਤਿਕ ਪਰਿਵਰਤਨ ਹੈ, ਕਿਉਂਕਿ ਪਾਣੀ ਦੇ ਵਿੱਚ ਬਰਫ਼ ਦਾ ਬਣਨਾ ਅਵਸਥਾ ਪਰਿਵਰਤਨ ਹੋ ਰਿਹਾ ਹੈ। ਇਸ ਲਈ ਇਹ ਇੱਕ ਭੌਤਿਕ ਪਰਿਵਰਤਨ ਹੈ। ਮੋਮਬੱਤੀ ਦਾ ਜਲਣਾ ਇੱਕ ਰਸਾਇਣਿਕ ਪਰਿਵਰਤਨ ਹੈ, ਪਰੰਤੂ ਮੋਮਬੱਤੀ ਦਾ ਪਿਘਲਣਾ ਇੱਕ ਭੌਤਿਕ ਪਰਿਵਰਤਨ ਹੈ। ਇੱਕ ਗਲਾਸ ਦੇ ਵਿੱਚ ਜਦੋਂ ਦੋ ਰਸਾਇਣਾਂ ਨੂੰ ਮਿਲਾਇਆ ਜਾਂਦਾ ਹੈ ਤਾਂ ਇਸ ਵਿੱਚ ਇੱਕ ਨਵਾਂ ਪਦਾਰਥ ਬਣਦਾ ਹੈ, ਜੋ ਕਿ ਇੱਕ ਰਸਾਇਣਿਕ ਪਰਿਵਰਤਨ ਹੈ। ਫਿਜ਼ੀਕਲ ਚੇਂਜ, ਭੌਤਿਕ ਪਰਿਵਰਤਨ। ਪਦਾਰਥ ਦੇ ਆਕਾਰ, ਬਣਤਰ, ਰੰਗ ਅਤੇ ਅਵਸਥਾ ਵਰਗੇ ਗੁਣ ਭੌਤਿਕ ਗੁਣ ਅਖਵਾਉਂਦੇ ਹਨ। ਭੌਤਿਕ ਪਰਿਵਰਤਨ ਉਹ ਪਰਿਵਰਤਨ ਜਿਸ ਵਿੱਚ ਕਿਸੇ ਪਦਾਰਥ ਦੇ ਭੌਤਿਕ ਗੁਣਾਂ ਵਿੱਚ ਪਰਿਵਰਤਨ ਹੋ ਜਾਂਦਾ ਹੈ, ਭੌਤਿਕ ਪਰਿਵਰਤਨ ਅਖਵਾਉਂਦਾ ਹੈ। ਅਜਿਹੇ ਪਰਿਵਰਤਨ ਵਿੱਚ ਕੋਈ ਨਵਾਂ ਪਦਾਰਥ ਨਹੀਂ ਬਣਦਾ ਹੈ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਇਸ ਅਧਿਆਏ ਵਿੱਚ ਕੁਝ ਕਿਰਿਆਵਾਂ ਕਰਕੇ ਇਹਨਾਂ ਪਰਿਵਰਤਨਾਂ ਦੇ ਸੁਭਾਅ ਦਾ ਅਧਿਐਨ ਕਰਾਂਗੇ। ਵਿਆਪਕ ਰੂਪ ਵਿੱਚ ਇਹ ਪਰਿਵਰਤਨ ਦੋ ਤਰ੍ਹਾਂ ਦੇ ਹੁੰਦੇ ਹਨ। ਨੰਬਰ 1 ਭੌਤਿਕ ਪਰਿਵਰਤਨ ਅਤੇ ਨੰਬਰ 2 ਰਸਾਇਣਿਕ ਪਰਿਵਰਤਨ। ਆਓ ਅੱਜ ਅਸੀਂ ਸਾਡੇ ਆਲੇ ਦੁਆਲੇ ਹੋਣ ਵਾਲੇ ਭੌਤਿਕ ਪਰਿਵਰਤਨਾਂ ਨੂੰ ਕਿਰਿਆਵਾਂ ਰਾਹੀਂ ਸਮਝਦੇ ਹਾਂ। ਇਸ ਪਾਠ ਦੀ ਪਹਿਲੀ ਕਿਰਿਆ 6.1 ਪੇਪਰ ਦਾ ਕੱਟਣਾ ਇੱਕ ਭੌਤਿਕ ਪਰਿਵਰਤਨ ਹੈ। ਆਓ ਇਸ ਨੂੰ ਕਿਰਿਆ ਰਾਹੀਂ ਸਮਝਣ ਦੀ ਕੋਸ਼ਿਸ਼ ਕਰੀਏ। ਕਾਗਜ਼ ਦੇ ਟੁਕੜੇ ਨੂੰ 4 ਵਰਗਾਕਾਰ ਟੁਕੜਿਆਂ ਵਿੱਚ ਕੱਟੋ। ਹੁਣ ਹਰ ਇੱਕ ਵਰਗ ਨੂੰ ਦੁਬਾਰਾ 4 ਟੁਕੜਿਆਂ ਵਿੱਚ ਕੱਟੋ। ਹੁਣ ਅਸੀਂ ਇਹਨਾਂ ਟੁਕੜਿਆਂ ਨੂੰ ਮੇਜ਼ 'ਤੇ ਇਸ ਤਰ੍ਹਾਂ ਲਗਾਵਾਂਗੇ ਜਿਸ ਨਾਲ ਇਹ ਟੁਕੜੇ ਆਪਸ ਵਿੱਚ ਜੁੜ ਕੇ ਮੂਲ ਆਕਾਰ ਲੈ ਲੈਣ। ਅਸੀਂ
ਟੁਕੜਿਆਂ ਨੂੰ ਜੋੜ ਕੇ ਮੂਲ ਟੁਕੜਾ ਤਾਂ ਨਹੀਂ ਬਣਾ ਸਕਦੇ, ਪਰੰਤੂ ਪੇਪਰ ਦਾ ਹਰ ਛੋਟਾ ਟੁਕੜਾ ਪੇਪਰ ਹੀ ਰਹਿੰਦਾ ਹੈ। ਇਸ ਦੇ ਗੁਣਾਂ ਵਿੱਚ ਕੋਈ ਪਰਿਵਰਤਨ ਨਹੀਂ ਹੋਇਆ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਕਾਗਜ਼ ਦੇ ਟੁਕੜਿਆਂ ਨੂੰ ਕੱਟਣ 'ਤੇ ਸਿਰਫ ਉਸ ਦੀ ਬਣਤਰ ਅਤੇ ਆਕਾਰ ਵਿੱਚ ਤਬਦੀਲੀ ਆਈ ਹੈ, ਪਰ ਕੋਈ ਨਵਾਂ ਪਦਾਰਥ ਨਹੀਂ ਬਣਿਆ ਹੈ। ਸੋ ਪੇਪਰ ਦਾ ਕੱਟਣਾ ਇੱਕ ਭੌਤਿਕ ਪਰਿਵਰਤਨ ਹੈ। ਕਾਗਜ਼ ਦਾ ਕੱਟਣਾ ਇੱਕ ਭੌਤਿਕ ਪਰਿਵਰਤਨ ਹੈ। ਇਸ ਕਿਰਿਆ ਨੂੰ ਸਮਝਣ ਲਈ ਆਓ ਇੱਕ ਕਿਰਿਆ ਕਰਦੇ ਹਾਂ। ਮੇਰੇ ਪਾਸ ਇੱਕ ਕਾਗਜ਼ ਹੈ। ਸਭ ਤੋਂ ਪਹਿਲਾਂ ਅਸੀਂ ਇਸ ਨੂੰ 4 ਹਿੱਸਿਆਂ ਵਿੱਚ ਕੱਟਾਂਗੇ। ਹੁਣ ਅਸੀਂ ਇਸ ਦੇ ਇੱਕ ਹਿੱਸੇ ਨੂੰ ਫਿਰ ਅੱਗੇ ਅਸੀਂ 4 ਹਿੱਸਿਆਂ ਵਿੱਚ ਕੱਟਾਂਗੇ। ਹੁਣ ਅਸੀਂ ਇਹਨਾਂ ਟੁਕੜਿਆਂ ਨੂੰ ਮੇਜ਼ 'ਤੇ ਇਸ ਤਰ੍ਹਾਂ ਰੱਖਾਂਗੇ ਕਿ ਜਿਸ ਨਾਲ ਇਹ ਟੁਕੜੇ ਆਪਸ ਵਿੱਚ ਜੁੜ ਕੇ ਮੂਲ ਆਕਾਰ ਲੈ ਲੈਣ। ਅਸੀਂ ਟੁਕੜਿਆਂ ਨੂੰ ਜੋੜ ਕੇ ਮੂਲ ਟੁਕੜਾ ਤਾਂ ਨਹੀਂ ਬਣਾ ਸਕਦੇ, ਪਰੰਤੂ ਪੇਪਰ ਦਾ ਹਰ ਛੋਟਾ ਟੁਕੜਾ ਪੇਪਰ ਹੀ ਰਹਿੰਦਾ ਹੈ। ਇਸ ਦੇ ਗੁਣਾਂ ਵਿੱਚ ਕੋਈ ਪਰਿਵਰਤਨ ਨਹੀਂ ਹੋਇਆ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਕਾਗਜ਼ ਦੇ ਟੁਕੜੇ ਨੂੰ ਕੱਟਣ 'ਤੇ ਸਿਰਫ ਉਸ ਦੀ ਬਣਤਰ, ਉਸ ਦਾ ਆਕਾਰ ਵਿੱਚ ਤਬਦੀਲੀ ਆਈ ਹੈ, ਪਰ ਕੋਈ ਨਵਾਂ ਪਦਾਰਥ ਨਹੀਂ ਬਣਿਆ ਹੈ। ਸੋ ਪੇਪਰ ਦਾ ਕੱਟਣਾ ਇੱਕ ਭੌਤਿਕ ਪਰਿਵਰਤਨ ਹੈ। ਮੇਰੇ ਵਿਦਿਆਰਥੀਓ, ਸਾਡੀ ਦੂਸਰੀ ਕਿਰਿਆ 6.2 ਚਾਕ ਪਾਊਡਰ ਤੋਂ ਚਾਕ ਬਣਾਉਣਾ ਇੱਕ ਭੌਤਿਕ ਪਰਿਵਰਤਨ ਹੈ। ਆਓ ਇਸ ਨੂੰ ਅਸੀਂ ਕਿਰਿਆ ਰਾਹੀਂ ਸਮਝਦੇ ਹਾਂ। ਅਸੀਂ ਚਾਕ ਦੇ ਛੋਟੇ-ਛੋਟੇ ਟੁਕੜਿਆਂ ਦਾ ਪਾਊਡਰ ਬਣਾਵਾਂਗੇ। ਹੁਣ ਅਸੀਂ ਇਸ ਵਿੱਚ ਥੋੜ੍ਹਾ ਪਾਣੀ ਮਿਲਾ ਕੇ ਪੇਸਟ ਬਣਾ ਲਵਾਂਗੇ। ਹੁਣ ਇਸ ਨੂੰ ਚਾਕ ਦੇ ਆਕਾਰ ਦਾ ਵੇਲ ਕੇ ਸੁਕਾ ਲਵਾਂਗੇ। ਇਸ ਤਰ੍ਹਾਂ ਅਸੀਂ ਚਾਕ ਪਾਊਡਰ ਤੋਂ ਚਾਕ ਦੀਆਂ ਸਟਿਕ ਬਣਾ ਸਕਦੇ ਹਾਂ। ਇਸ ਤਰ੍ਹਾਂ ਚਾਕ ਪਾਊਡਰ ਤੋਂ ਚਾਕ ਬਣਾਉਣਾ ਭੌਤਿਕ ਪਰਿਵਰਤਨ ਇੱਕ ਅਸਥਾਈ ਪਰਿਵਰਤਨ ਹੈ, ਭਾਵ ਕਿ ਇਹਨੂੰ ਦੁਬਾਰਾ ਉਲਟਾਇਆ ਜਾ ਸਕਦਾ ਹੈ। ਸਾਡੀ ਦੂਸਰੀ ਕਿਰਿਆ ਚਾਕ ਪਾਊਡਰ ਤੋਂ ਚਾਕ ਬਣਾਉਣਾ ਇੱਕ ਭੌਤਿਕ ਪਰਿਵਰਤਨ ਹੈ। ਆਓ ਅਸੀਂ ਇਸ ਨੂੰ ਕਿਰਿਆ ਰਾਹੀਂ ਸਮਝੀਏ। ਸਭ ਤੋਂ ਪਹਿਲਾਂ ਸਾਨੂੰ ਇੱਕ ਬੀਕਰ, ਇੱਕ ਪੈਟੀ ਡਿਸ਼ ਤੇ ਕੁਝ ਚਾਕ ਦੇ ਛੋਟੇ-ਛੋਟੇ ਟੁਕੜੇ। ਅਸੀਂ ਸਭ ਤੋਂ ਪਹਿਲਾਂ ਚਾਕ ਦੇ ਛੋਟੇ-ਛੋਟੇ ਟੁਕੜਿਆਂ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਲਵਾਂਗੇ। ਹੁਣ ਪਾਊਡਰ ਨੂੰ ਅਸੀਂ ਇਸ ਪੈਟੀ ਦੇ ਵਿੱਚ ਐਡ ਕਰਾਂਗੇ। ਥੋੜ੍ਹਾ ਜਿਹਾ ਪਾਣੀ ਪਾ ਕੇ ਇਸ ਦੀ ਪੇਸਟ ਤਿਆਰ ਕਰ ਲਵਾਂਗੇ। ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਿਕਸ ਕਰਕੇ ਇਸ ਦੀਆਂ ਛੋਟੀ-ਛੋਟੀ ਸਟਿਕਸ ਤਿਆਰ ਕਰ ਲਵਾਂਗੇ। ਕੁਝ ਚਿਰ ਬਾਅਦ ਇਹ ਇੱਕ ਚਾਕ ਦੀ ਤਰ੍ਹਾਂ ਸਟਿਕ ਬਣ ਜਾਏਗੀ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਚਾਕ ਪਾਊਡਰ ਤੋਂ ਜਿਹੜਾ ਅਸੀਂ ਚਾਕ ਤਿਆਰ ਕੀਤਾ ਹੈ, ਇਹ ਇੱਕ ਭੌਤਿਕ ਪਰਿਵਰਤਨ, ਅਸਥਾਈ ਪਰਿਵਰਤਨ ਹੈ, ਭਾਵ ਕਿ ਇਸ ਨੂੰ ਦੁਬਾਰਾ ਉਲਟਾਇਆ ਜਾ ਸਕਦਾ ਹੈ। ਪਿਆਰੇ ਵਿਦਿਆਰਥੀਓ, ਸਾਡੀ ਤੀਸਰੀ ਕਿਰਿਆ 6.3 ਬਰਫ਼ ਦਾ ਪਿਘਲਣਾ
ਅਤੇ ਪਾਣੀ ਦਾ ਜੰਮਣਾ ਇੱਕ ਭੌਤਿਕ ਪਰਿਵਰਤਨ ਹੈ। ਅਸੀਂ ਬੀਕਰ ਵਿੱਚ ਕੁਝ ਬਰਫ਼ ਦੇ ਟੁਕੜੇ ਲਾਵਾਂਗੇ। ਹੁਣ ਇਸ ਦੇ ਥੋੜ੍ਹੇ ਜਿਹੇ ਹਿੱਸੇ ਦੇ ਪਿਘਲਣ ਤੱਕ ਧੁੱਪ ਵਿੱਚ ਰੱਖਾਂਗੇ। ਹੁਣ ਇਹ ਪਾਣੀ ਅਤੇ ਬਰਫ਼ ਦਾ ਮਿਸ਼ਰਣ ਹੈ। ਹੁਣ ਸਾਨੂੰ ਬਰਫ਼ ਅਤੇ ਪਾਣੀ ਅਲੱਗ-ਅਲੱਗ ਦਿਖਾਈ ਦਿੰਦੇ ਹਨ, ਪਰ ਇਹ ਦੋਵੇਂ ਹੀ ਪਾਣੀ ਦੇ ਅਣੂਆਂ ਤੋਂ ਬਣੇ ਹਨ। ਭਾਵ ਕਿ ਬਰਫ਼ ਦੇ ਪਿਘਲਣ 'ਤੇ ਕੋਈ ਨਵਾਂ ਪਦਾਰਥ ਨਹੀਂ ਬਣਿਆ ਹੈ। ਇਸ ਲਈ ਇਹ ਇੱਕ ਭੌਤਿਕ ਪਰਿਵਰਤਨ ਹੈ। ਹੁਣ ਅਸੀਂ ਇਸ ਪਾਣੀ ਨੂੰ ਫਰਿੱਜ ਦੇ ਫ੍ਰੀਜ਼ਰ ਖਾਨੇ ਵਿੱਚ ਰੱਖਾਂਗੇ। ਅਸੀਂ ਦੇਖਾਂਗੇ ਕਿ ਪਾਣੀ ਦੁਬਾਰਾ ਬਰਫ਼ ਬਣ ਜਾਂਦੀ ਹੈ। ਪਾਣੀ ਠੰਡਾ ਹੋਣ 'ਤੇ ਉਸ ਦੀ ਅਵਸਥਾ ਵਿੱਚ ਪਰਿਵਰਤਨ ਹੁੰਦਾ ਹੈ, ਪਰੰਤੂ ਨਵਾਂ ਪਦਾਰਥ ਨਹੀਂ ਬਣਦਾ ਹੈ। ਇਸ ਲਈ ਪਾਣੀ ਤੋਂ ਬਰਫ਼ ਬਣਨਾ ਇੱਕ ਭੌਤਿਕ ਪਰਿਵਰਤਨ ਹੈ। ਪਿਆਰੇ ਵਿਦਿਆਰਥੀਓ, ਸਾਡੀ ਤੀਸਰੀ ਕਿਰਿਆ 6.3 ਬਰਫ਼ ਦਾ ਪਿਘਲਣਾ ਅਤੇ ਪਾਣੀ ਦਾ ਜੰਮਣਾ ਇੱਕ ਭੌਤਿਕ ਪਰਿਵਰਤਨ ਹੈ। ਆਓ ਅਸੀਂ ਇਸ ਨੂੰ ਕਿਰਿਆ ਰਾਹੀਂ ਦਰਸਾਉਂਦੇ ਹਾਂ। ਅਸੀਂ ਇੱਕ ਬੀਕਰ ਦੇ ਵਿੱਚ ਥੋੜ੍ਹੇ ਬਰਫ਼ ਦੇ ਪੀਸ ਲਵਾਂਗੇ। ਹੁਣ ਅਸੀਂ ਇਸ ਨੂੰ ਕੋਈ 5-10 ਮਿੰਟ ਤੱਕ ਪਿਆ ਰਹਿਣ ਦਿਆਂਗੇ। ਅਸੀਂ ਦੇਖ ਰਹੇ ਹਾਂ ਕਿ ਬੀਕਰ ਦੇ ਵਿੱਚ ਕੁਝ ਬਰਫ਼ ਅਤੇ ਪਾਣੀ ਅਲੱਗ-ਅਲੱਗ ਦਿਖਾਈ ਦੇ ਰਹੇ ਹਨ, ਪਰ ਇਹ ਦੋਵੇਂ ਹੀ ਪਾਣੀ ਦੇ ਅਣੂਆਂ ਤੋਂ ਬਣੇ ਹਨ। ਭਾਵ ਕਿ ਇਹ ਬਰਫ਼ ਦੇ ਪਿਘਲਣ 'ਤੇ ਕੋਈ ਨਵਾਂ ਪਦਾਰਥ ਨਹੀਂ ਬਣਿਆ ਹੈ। ਇਸ ਲਈ ਇਹ ਇੱਕ ਭੌਤਿਕ ਪਰਿਵਰਤਨ ਹੈ। ਹੁਣ ਅਸੀਂ ਇਸ ਪਾਣੀ ਨੂੰ ਫਰਿੱਜ ਦੇ ਫ੍ਰੀਜ਼ਰ ਦੇ ਇੱਕ ਖਾਨੇ ਵਿੱਚ ਰੱਖ ਦਿੰਦੇ ਹਾਂ। ਅਸੀਂ ਦੇਖਾਂਗੇ ਕਿ ਪਾਣੀ ਦੁਬਾਰਾ ਬਰਫ਼ ਬਣ ਜਾਂਦੀ ਹੈ। ਪਾਣੀ ਠੰਡਾ ਹੋਣ 'ਤੇ ਉਸ ਦੀ ਅਵਸਥਾ ਵਿੱਚ ਪਰਿਵਰਤਨ ਹੁੰਦਾ ਹੈ, ਪਰੰਤੂ ਨਵਾਂ ਪਦਾਰਥ ਨਹੀਂ ਬਣਦਾ ਹੈ। ਇਸ ਲਈ ਪਾਣੀ ਤੋਂ ਬਰਫ਼ ਬਣਨਾ ਇੱਕ ਭੌਤਿਕ ਪਰਿਵਰਤਨ ਹੈ। ਪਿਆਰੇ ਵਿਦਿਆਰਥੀਓ, ਕਿਰਿਆ 6.4 ਪਾਣੀ ਦਾ ਉਬਲਣਾ ਅਤੇ ਭਾਫ਼ ਦਾ ਸੰਘਣਨ ਇੱਕ ਭੌਤਿਕ ਪਰਿਵਰਤਨ ਹੈ। ਆਓ ਅਸੀਂ ਇਸ ਕਿਰਿਆ ਨੂੰ ਸਮਝੀਏ। ਅਸੀਂ ਕਿਸੇ ਬੀਕਰ ਵਿੱਚ ਪਾਣੀ ਲੈ ਕੇ ਉਬਾਲਾਂਗੇ। ਤੁਹਾਨੂੰ ਪਾਣੀ ਦੀ ਉੱਪਰਲੀ ਸਤ੍ਹਾ ਤੋਂ ਭਾਫ਼ ਨਿਕਲਦੀ ਦਿਖਾਈ ਦੇਵੇਗੀ। ਪਾਣੀ ਇੱਕ ਤਰਲ ਹੈ, ਜਦੋਂ ਕਿ ਭਾਫ਼ ਇੱਕ ਗੈਸ ਅਵਸਥਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪਾਣੀ ਦੇ ਉਬਲਣ 'ਤੇ ਪਾਣੀ ਤੋਂ ਭਾਫ਼ ਬਣਨਾ ਇੱਕ ਭੌਤਿਕ ਪਰਿਵਰਤਨ ਹੈ। ਜਦੋਂ ਅਸੀਂ ਉਬਲਦੇ ਹੋਏ ਪਾਣੀ ਉੱਪਰ ਇੱਕ ਕਵਰ ਗਲਾਸ ਜਾਂ ਢੱਕਣ ਰੱਖਦੇ ਹਾਂ, ਤਾਂ ਇਸ ਦੇ ਅੰਦਰਲੇ ਪਾਸੇ ਕੁਝ ਪਾਣੀ ਦੀਆਂ ਬੂੰਦਾਂ ਬਣ ਜਾਂਦੀਆਂ ਹਨ। ਭਾਫ਼ ਨੂੰ ਠੰਡਾ ਕਰਨ 'ਤੇ ਗੈਸ ਅਵਸਥਾ ਤੋਂ ਤਰਲ ਅਵਸਥਾ ਵਿੱਚ ਪਰਿਵਰਤਨ ਹੋਣਾ ਇਸ ਦੀ ਅਵਸਥਾ ਵਿੱਚ ਪਰਿਵਰਤਨ ਹੋਇਆ ਹੈ। ਇਸ ਲਈ ਇਹ ਕੋਈ ਨਵਾਂ ਪਦਾਰਥ ਨਹੀਂ ਬਣਿਆ ਹੈ। ਇਸ ਲਈ ਭਾਫ਼ ਨੂੰ ਠੰਡਾ ਕਰਨ 'ਤੇ ਪਾਣੀ ਦਾ ਬਣਨਾ ਇੱਕ ਭੌਤਿਕ ਪਰਿਵਰਤਨ ਹੈ। ਪਿਆਰੇ ਵਿਦਿਆਰਥੀਓ, ਕਿਰਿਆ 6.4 ਪਾਣੀ ਦਾ ਉਬਲਣਾ ਅਤੇ ਭਾਫ਼ ਦਾ ਸੰਘਣਨ ਇੱਕ ਭੌਤਿਕ ਪਰਿਵਰਤਨ ਹੈ। ਆਓ ਅਸੀਂ ਇਸ ਨੂੰ ਇੱਕ ਕਿਰਿਆ ਰਾਹੀਂ ਸਮਝਦੇ ਹਾਂ। ਅਸੀਂ ਇਹਦੇ ਲਈ ਲੋੜੀਂਦਾ ਸਮਾਨ ਇੱਕ ਟ੍ਰਾਈਪੋਡ ਸਟੈਂਡ, ਇੱਕ ਬਰਨਰ, ਵਾਇਰ ਗਾਜ਼, ਬੀਕਰ ਅਤੇ ਇੱਕ ਢੱਕਣ। ਅਸੀਂ ਸਭ ਤੋਂ ਪਹਿਲਾਂ ਅੱਧਾ ਬੀਕਰ ਪਾਣੀ ਦਾ ਲੈ ਕੇ ਉਸ ਨੂੰ ਗਰਮ ਕਰਾਂਗੇ। ਹੁਣ ਅਸੀਂ ਦੇਖ ਰਹੇ ਹਾਂ, ਜਿਉਂ-ਜਿਉਂ ਅਸੀਂ ਪਾਣੀ ਨੂੰ ਗਰਮ ਕਰ ਰਹੇ ਹਾਂ, ਪਾਣੀ ਭਾਫ਼ ਦੇ ਵਿੱਚ ਬਦਲ ਰਿਹਾ ਹੈ। ਪਾਣੀ ਇੱਕ ਤਰਲ ਹੈ, ਜਦੋਂ ਕਿ ਭਾਫ਼ ਇੱਕ ਗੈਸ ਅਵਸਥਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪਾਣੀ ਦੇ ਉਬਲਣ 'ਤੇ ਪਾਣੀ ਤੋਂ ਭਾਫ਼ ਬਣਨਾ ਇੱਕ ਭੌਤਿਕ ਪਰਿਵਰਤਨ ਹੈ। ਜਦੋਂ ਅਸੀਂ ਉਬਲਦੇ ਹੋਏ ਪਾਣੀ ਉੱਪਰ ਇੱਕ ਢੱਕਣ ਰੱਖਦੇ ਹਾਂ, ਤਾਂ ਇਸ ਦੇ ਅੰਦਰਲੇ ਪਾਸੇ ਕੁਝ ਪਾਣੀ ਦੀਆਂ ਬੂੰਦਾਂ ਬਣ ਜਾਂਦੀਆਂ ਹਨ। ਭਾਫ਼ ਨੂੰ ਠੰਡਾ ਕਰਨ 'ਤੇ ਇਸ ਦੇ ਅੰਦਰਲੇ ਪਾਸੇ ਕੁਝ ਬੂੰਦਾਂ ਪਾਣੀ ਦੀਆਂ ਦਿਖਾਈ ਦਿੰਦੀਆਂ ਹਨ, ਜਿਸ ਤਰ੍ਹਾਂ ਕਿ ਅਸੀਂ ਸਾਹਮਣੇ ਦੇਖ ਸਕਦੇ ਹਾਂ।
ਗੈਸ ਅਵਸਥਾ ਤੋਂ ਤਰਲ ਅਵਸਥਾ ਵਿੱਚ ਪਰਿਵਰਤਨ ਹੋਣਾ ਇਸ ਦੀ ਅਵਸਥਾ ਵਿੱਚ ਪਰਿਵਰਤਨ ਹੋਇਆ ਹੈ। ਇਸ ਲਈ ਇਹ ਕੋਈ ਨਵਾਂ ਪਦਾਰਥ ਨਹੀਂ ਬਣਿਆ ਹੈ। ਇਸ ਲਈ ਭਾਪ ਨੂੰ ਠੰਡਾ ਕਰਨ ਤੇ ਪਾਣੀ ਦਾ ਬਣਨਾ ਇੱਕ ਭੌਤਿਕ ਪਰਿਵਰਤਨ ਹੈ। ਪਿਆਰੇ ਵਿਦਿਆਰਥੀਓ, ਕਿਰਿਆ 6.5 ਲੋਹੇ ਦੀ ਆਰੀ ਦੇ ਬਲੇਡ ਨੂੰ ਗਰਮ ਕਰਨ ਤੇ ਰੰਗ ਵਿੱਚ ਪਰਿਵਰਤਨ। ਆਓ ਇਸ ਨੂੰ ਅਸੀਂ ਇੱਕ ਕਿਰਿਆ ਰਾਹੀਂ ਸਮਝਦੇ ਹਾਂ। ਜਦੋਂ ਅਸੀਂ ਆਰੀ ਦੇ ਬਲੇਡ ਨੂੰ ਗਰਮ ਕਰਦੇ ਹਾਂ ਤਾਂ ਇਹ ਗਰਮ ਹੋ ਕੇ ਲਾਲ ਹੋ ਜਾਂਦਾ ਹੈ। ਜਦੋਂ ਇਸ ਨੂੰ ਲਾਟ ਤੋਂ ਹਟਾ ਲੈਂਦੇ ਹਾਂ ਤਾਂ ਇਹ ਠੰਡਾ ਹੋਣ ਤੇ ਪਹਿਲੇ ਰੰਗ ਵਿੱਚ ਆ ਜਾਂਦਾ ਹੈ। ਅਸੀਂ ਦੇਖਿਆ ਕਿ ਇਹ ਗਰਮ ਕਰਨ ਤੇ ਲਾਲ ਹੋ ਜਾਂਦਾ ਹੈ, ਪਰੰਤੂ ਕੋਈ ਨਵਾਂ ਪਦਾਰਥ ਨਹੀਂ ਬਣਿਆ। ਇਸ ਲਈ ਬਲੇਡ ਨੂੰ ਗਰਮ ਕਰਨ ਤੇ ਲਾਲ ਹੋ ਜਾਣਾ ਭੌਤਿਕ ਪਰਿਵਰਤਨ ਹੈ। ਪਿਆਰੇ ਵਿਦਿਆਰਥੀਓ, ਕਿਰਿਆ 6.5 ਲੋਹੇ ਦੀ ਆਰੀ ਦੇ ਬਲੇਡ ਨੂੰ ਗਰਮ ਕਰਨ ਤੇ ਰੰਗ ਵਿੱਚ ਪਰਿਵਰਤਨ। ਅਸੀਂ ਇਸ ਲਈ ਜ਼ਰੂਰੀ ਸਮਾਨ ਇੱਕ ਲੋਹੇ ਦੀ ਆਰੀ ਦਾ ਬਲੇਡ ਲਵਾਂਗੇ, ਬਰਨਰ। ਹੁਣ ਅਸੀਂ ਇਸ ਨੂੰ ਬਰਨਰ ਦੇ ਉੱਪਰ ਗਰਮ ਕਰਾਂਗੇ। ਕੁਝ ਗਰਮ ਕਰਨ ਤੇ ਇਹ ਲਾਲ ਹੋ ਜਾਂਦੀ ਹੈ। ਹੁਣ ਜਦੋਂ ਅਸੀਂ ਇਸ ਨੂੰ ਬਰਨਰ ਤੋਂ ਹਟਾ ਲੈਂਦੇ ਹਾਂ ਤਾਂ ਇਹ ਪਹਿਲੀ ਮੂਲ ਅਵਸਥਾ ਵਿੱਚ ਆ ਜਾਂਦੀ ਹੈ। ਅਸੀਂ ਦੇਖਿਆ ਕਿ ਇਹ ਗਰਮ ਕਰਨ ਤੇ ਲਾਲ ਹੋ ਜਾਂਦਾ ਹੈ, ਪਰੰਤੂ ਕੋਈ ਨਵਾਂ ਪਦਾਰਥ ਨਹੀਂ ਬਣਿਆ ਹੈ। ਇਸ ਲਈ ਇਸ ਨੂੰ ਗਰਮ ਕਰਨ ਤੇ ਲਾਲ ਹੋ ਜਾਣਾ ਭੌਤਿਕ ਪਰਿਵਰਤਨ ਹੈ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਦੂਜੀ ਕਿਸਮ ਦੇ ਪਰਿਵਰਤਨ ਬਾਰੇ ਪੜ੍ਹਾਂਗੇ। ਉਹ ਹੈ ਰਸਾਇਣਿਕ ਪਰਿਵਰਤਨ। ਪਿਆਰੇ ਵਿਦਿਆਰਥੀਓ, ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਲੋਹੇ ਦੀਆਂ ਬਣੀਆਂ ਵਸਤਾਂ ਨੂੰ ਕੁਝ ਦਿਨਾਂ ਲਈ ਹਵਾ ਵਿੱਚ ਖੁੱਲ੍ਹਾ ਛੱਡ ਦਿਓ ਤਾਂ ਇਸ ਉੱਤੇ ਭੂਰੇ ਰੰਗ ਦੇ ਪਦਾਰਥ ਦੀ ਤਹਿ ਜੰਮ ਜਾਂਦੀ ਹੈ, ਜਿਸ ਨੂੰ ਜੰਗ ਲੱਗਣਾ ਕਹਿੰਦੇ ਹਨ। ਜੰਗ ਲੋਹਾ ਨਹੀਂ ਹੈ। ਜੰਗ ਉਹ ਪਦਾਰਥ ਤੋਂ ਅਲੱਗ ਹੁੰਦਾ ਹੈ ਜਿਸ ਤੇ ਇਹ ਲੱਗਦਾ ਹੈ। ਆਓ ਅਸੀਂ ਅਜਿਹੇ ਪਰਿਵਰਤਨਾਂ ਨੂੰ ਕਿਰਿਆ ਰਾਹੀਂ ਸਮਝਦੇ ਹਾਂ। ਕਿਰਿਆ 6.6 ਮੈਗਨੀਸ਼ੀਅਮ ਦੀ ਇੱਕ ਪਤਲੀ ਪੱਤੀ ਜਾਂ ਤਾਰ ਲਵੋ। ਇਸ ਨੂੰ ਰੇਗਮਾਰ ਨਾਲ ਸਾਫ਼ ਕਰ ਲਵੋ। ਹੁਣ ਇਸ ਨੂੰ ਚਿਮਟੀ ਨਾਲ ਪਕੜੋ ਅਤੇ ਲਾਟ ਕੋਲ ਲਿਆਓ। ਇਹ ਚਮਕਦਾਰ ਸਫੈਦ ਪ੍ਰਕਾਸ਼ ਦਿੰਦੀ ਹੋਈ ਜਲਣ ਲੱਗਦੀ ਹੈ। ਪੂਰੀ ਤਰ੍ਹਾਂ ਜਲਣ ਤੋਂ ਬਾਅਦ ਕੁਝ ਸਫੇਦ ਸੁਆਹ ਬਾਕੀ ਰਹਿ ਜਾਂਦੀ ਹੈ। ਇਹ ਸਫੈਦ ਸੁਆਹ ਮੈਗਨੀਸ਼ੀਅਮ ਆਕਸਾਈਡ ਹੈ, ਜੋ ਮੈਗਨੀਸ਼ੀਅਮ ਤੋਂ ਭਿੰਨ ਹੁੰਦੀ ਹੈ। ਮੈਗਨੀਸ਼ੀਅਮ ਆਕਸੀਜਨ ਨਾਲ ਕਿਰਿਆ ਕਰਕੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ। ਹੁਣ ਇਸ ਸੁਆਹ ਨੂੰ ਪਾਣੀ ਵਿੱਚ ਘੋਲਣ ਤੇ ਇਹ ਇੱਕ ਨਵਾਂ ਪਦਾਰਥ ਬਣਾਉਂਦੀ ਹੈ। ਇਸ ਨੂੰ ਸਮੀਕਰਨ ਨਾਲ ਦਰਸਾਇਆ ਜਾ ਸਕਦਾ ਹੈ। ਮੈਗਨੀਸ਼ੀਅਮ ਆਕਸਾਈਡ ਜਮ੍ਹਾਂ ਪਾਣੀ ਬਣਦਾ ਹੈ ਮੈਗਨੀਸ਼ੀਅਮ ਹਾਈਡਰੋਕਸਾਈਡ। ਇਸ ਮਿਸ਼ਰਣ ਦਾ ਲਾਲ ਅਤੇ ਨੀਲੇ ਲਿਟਮਸ ਨਾਲ ਪਰੀਖਣ ਕਰੋ। ਜਦੋਂ ਅਸੀਂ ਇਸ ਦੀਆਂ ਬੂੰਦਾਂ ਨੀਲੇ ਲਿਟਮਸ ਪੇਪਰ 'ਤੇ ਪਾਉਂਦੇ ਹਾਂ ਤਾਂ ਨੀਲੇ ਪੇਪਰ 'ਤੇ ਕੋਈ ਪਰਿਵਰਤਨ ਨਹੀਂ ਹੁੰਦਾ, ਪਰੰਤੂ ਲਾਲ ਲਿਟਮਸ ਪੇਪਰ 'ਤੇ ਪਾਉਣ ਨਾਲ ਇਸ ਦਾ ਰੰਗ ਨੀਲਾ ਹੋ ਜਾਂਦਾ ਹੈ, ਜੋ ਕਿ ਇਸ ਦੇ ਖਾਰੀ ਸੁਭਾਅ ਨੂੰ ਦਰਸਾਉਂਦਾ ਹੈ। ਇਸ ਲਈ ਮੈਗਨੀਸ਼ੀਅਮ ਆਕਸਾਈਡ ਇੱਕ ਨਵਾਂ ਪਦਾਰਥ ਹੈ ਜਿਹੜਾ ਮੈਗਨੀਸ਼ੀਅਮ ਦਾ ਹਵਾ ਵਿੱਚ ਜਲਾਉਣ 'ਤੇ ਬਣਦਾ ਹੈ। ਮੈਗਨੀਸ਼ੀਅਮ ਹਾਈਡਰੋਕਸਾਈਡ ਇੱਕ ਹੋਰ ਨਵਾਂ ਪਦਾਰਥ ਹੈ ਜੋ ਮੈਗਨੀਸ਼ੀਅਮ ਆਕਸਾਈਡ ਨੂੰ ਪਾਣੀ ਵਿੱਚ ਘੋਲਣ 'ਤੇ ਬਣਦਾ ਹੈ। ਪਿਆਰੇ ਬੱਚਿਓ, ਆਓ ਇਸ ਕਿਰਿਆ ਨੂੰ ਅਸੀਂ ਕਰਕੇ ਦੇਖਦੇ ਹਾਂ। ਇਸ ਕਿਰਿਆ ਲਈ ਸਾਨੂੰ ਲੋੜੀਂਦਾ ਸਮਾਨ ਚਾਹੀਦਾ ਹੈ। ਮੈਗਨੀਸ਼ੀਅਮ ਰਿਬਨ, ਚਿਮਟੀ, ਇੱਕ ਵਾਚ ਗਲਾਸ, ਬੀਕਰ, ਮਾਚਿਸ ਦੀ ਡੱਬੀ ਤੇ ਨਾਲ ਸਾਨੂੰ ਸਪਿਰਿਟ ਲੈਂਪ ਚਾਹੀਦਾ ਹੈ। ਲਿਟਮਸ ਪੇਪਰ, ਬਲੂ ਲਿਟਮਸ ਪੇਪਰ ਐਂਡ ਰੈਡ ਲਿਟਮਸ ਪੇਪਰ। ਬੱਚਿਓ, ਸਟਾਰਟ ਕਰਨ ਤੋਂ ਪਹਿਲਾਂ ਅਸੀਂ ਮੈਗਨੀਸ਼ੀਅਮ ਰਿਬਨ ਦਾ ਥੋੜ੍ਹਾ ਜਿਹਾ ਪੋਰਸ਼ਨ ਲਵਾਂਗੇ, ਕੋਈ 2 ਸੈਂਟੀਮੀਟਰ ਇੰਨਾ। ਇਸ ਤੋਂ ਬਾਅਦ ਇਸ ਨੂੰ ਅਸੀਂ
ਥੋੜ੍ਹਾ ਜਿਹਾ ਰੇਗਮਾਰ ਨਾਲ ਰਗੜ ਲਵਾਂਗੇ, ਕਿਉਂਕਿ ਇਸ ਮੈਗਨੀਸ਼ੀਅਮ ਪੱਤੀ ਦੇ ਉੱਪਰ ਕਈ ਵਾਰੀ ਮੈਗਨੀਸ਼ੀਅਮ ਆਕਸਾਈਡ ਦੀ ਇੱਕ ਪਰਤ ਚੜੀ ਰਹਿੰਦੀ ਹੈ, ਜਿਸ ਨੂੰ ਕਿ ਰਗੜਨਾ ਜ਼ਰੂਰੀ ਹੁੰਦਾ ਹੈ। ਅਗਰ ਇਸ ਨੂੰ ਅਸੀਂ ਰਗੜਦੇ ਨਹੀਂ ਹਾਂ ਤਾਂ ਇਹ ਜਦੋਂ ਇਸ ਨੂੰ ਜਲਾਵਾਂਗੇ ਤਾਂ ਇਹ ਜਲਣ ਦੇ ਵਿੱਚ ਰੁਕਾਵਟ ਪਾਵੇਗੀ। ਹੁਣ ਮੈਂ ਇਸ ਨੂੰ ਰੇਗਮਾਰ ਨਾਲ ਰਗੜ ਲਿਆ ਹੈ ਤਾਂ ਬਿਲਕੁਲ ਬੜੀ ਕਲੀਅਰ ਸਾਫ਼ ਹੋ ਗਈ ਹੈ, ਦਿਖਾਈ ਦੇ ਰਹੀ ਹੋਏਗੀ। ਹੁਣ ਅਸੀਂ ਇਸ ਦਾ ਇੱਕ ਸਿਰਾ ਚਿਮਟੀ ਨਾਲ ਪਕੜ ਕੇ ਇਸ ਨੂੰ ਬਰਨਰ ਦੇ ਉੱਪਰ ਜਲਾਵਾਂਗੇ। ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਆਪਣੀਆਂ ਅੱਖਾਂ ਤੋਂ ਥੋੜਾ ਸਾਈਡ ਤੇ ਰੱਖ ਕੇ ਗਰਮ ਕਰਨਾ ਹੈ, ਕਿਉਂਕਿ ਜਦੋਂ ਇਹ ਜਲੇਗੀ ਇਹਦੇ ਵਿੱਚੋਂ ਸਫੇਦ ਪ੍ਰਕਾਸ਼ ਨਿਕਲੇਗਾ, ਔਰ ਉਹ ਸਫੇਦ ਪ੍ਰਕਾਸ਼ ਕਈ ਵਾਰੀ ਅੱਖਾਂ ਤੇ ਵੀ ਨੁਕਸਾਨ ਪਾ ਸਕਦਾ ਹੈ। ਇਸ ਨੂੰ ਜੋ ਰਾਖ ਹੈ ਜੋ ਜਲਣ ਤੋਂ ਬਾਅਦ ਇਸ ਨੂੰ ਅਸੀਂ ਇੱਕ ਵਾਚ ਗਲਾਸ ਦੇ ਵਿੱਚ ਇਕੱਠੀ ਕਰ ਲਵਾਂਗੇ। ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਪਾਣੀ 'ਚ ਘੋਲ ਲਵਾਂਗੇ। ਜਦੋਂ ਅਸੀਂ ਇਸ ਨੂੰ ਹਵਾ ਦੇ ਵਿੱਚ ਬਰਨਰ ਦੇ ਉੱਪਰ ਜਲਾਇਆ ਸੀ ਤਾਂ ਜਲਣ ਤੋਂ ਬਾਅਦ ਇਹ ਚਿੱਟੇ ਰੰਗ ਦਾ ਸਫੇਦ ਪਾਊਡਰ ਮੈਗਨੀਸ਼ੀਅਮ ਆਕਸਾਈਡ ਬਣ ਗਿਆ ਹੈ। ਇਸ ਮੈਗਨੀਸ਼ੀਅਮ ਆਕਸਾਈਡ ਜੋ ਕਿ ਇੱਕ ਨਵਾਂ ਪਦਾਰਥ ਹੈ, ਇਸ ਮੈਗਨੀਸ਼ੀਅਮ ਆਕਸਾਈਡ ਨੂੰ ਅਸੀਂ ਹੁਣ ਪਾਣੀ 'ਚ ਘੋਲ ਲਿਆ ਹੈ। ਪਾਣੀ 'ਚ ਘੋਲਣ ਤੋਂ ਬਾਅਦ ਇਹਦਾ ਅਸੀਂ ਸੁਭਾਅ ਚੈੱਕ ਕਰਾਂਗੇ ਕਿ ਇਹ ਕਿਸ ਤਰ੍ਹਾਂ ਦਾ ਹੈ। ਇਸ ਨੂੰ ਚੈੱਕ ਕਰਨ ਦੇ ਲਈ ਸਾਡੇ ਕੋਲ ਦੋ ਲਿਟਮਸ ਪੇਪਰ ਹਨ, ਇੱਕ ਨੀਲਾ ਲਿਟਮਸ ਪੇਪਰ, ਇੱਕ ਲਾਲ ਲਿਟਮਸ ਪੇਪਰ। ਇਹਨਾਂ ਦੀ ਅਸੀਂ ਇੱਕ ਸਟ੍ਰਿਪ ਕੱਟ ਲਵਾਂਗੇ। ਨੀਲਾ ਲਿਟਮਸ, ਇੱਕ ਮੇਰੇ ਕੋਲ ਹੈ ਲਾਲ ਲਿਟਮਸ ਦੀ ਸਟ੍ਰਿਪ। ਹੁਣ 1 ਬਾਈ 1 ਅਸੀਂ ਇਹਨਾਂ ਦੋਨੋਂ ਸਟ੍ਰਿਪ ਨੂੰ ਇਸ ਮਿਸ਼ਰਣ ਦੇ ਵਿੱਚ ਪਾਵਾਂਗੇ। ਜਦੋਂ ਮੈਗਨੀਸ਼ੀਅਮ ਆਕਸਾਈਡ ਨੂੰ ਪਾਣੀ 'ਚ ਘੋਲਿਆ ਜਾਂਦਾ ਹੈ ਤਾਂ ਇਹ ਮੈਗਨੀਸ਼ੀਅਮ ਹਾਈਡਰੋਕਸਾਈਡ ਬਣਦਾ ਹੈ, ਉਹ ਵੀ ਇੱਕ ਨਵਾਂ ਪਦਾਰਥ ਹੈ। ਹੁਣ ਅਸੀਂ ਇਹਨਾਂ ਦੋਨਾਂ ਨੂੰ ਲਿਟਮਸ ਪੇਪਰਾਂ ਨੂੰ ਇਹਦੇ ਵਿੱਚ 1 ਬਾਈ 1 ਡਿਪ ਕਰਾਂਗੇ। ਜਦੋਂ ਅਸੀਂ ਨੀਲੇ ਲਿਟਮਸ ਨੂੰ ਇਹਦੇ ਵਿੱਚ ਡੁਬੋਂਦੇ ਹਾਂ ਤਾਂ ਇਸ ਦੇ ਵਿੱਚ ਕੋਈ ਪਰਿਵਰਤਨ ਨਹੀਂ ਆਇਆ ਹੈ, ਪਰੰਤੂ ਜਦੋਂ ਅਸੀਂ ਲਾਲ ਲਿਟਮਸ ਪੇਪਰ ਨੂੰ ਇਹਦੇ ਵਿੱਚ ਡਿਪ ਕਰਦੇ ਹਾਂ ਤਾਂ ਤੁਸੀਂ ਦੇਖ ਰਹੇ ਹੋ ਕਿ ਲਾਲ ਲਿਟਮਸ ਪੇਪਰ ਜਿਹੜਾ ਹੈ ਉਹ ਨੀਲੇ ਰੰਗ ਦਾ ਹੋ ਗਿਆ ਹੈ। ਇਸ ਦਾ ਮਤਲਬ ਇਹ ਹੋਇਆ ਹੈ ਕਿ ਇਹ ਜਿਹੜਾ ਘੋਲ ਹੈ ਸਾਡੇ ਕੋਲ, ਇਸ ਦਾ ਸੁਭਾਅ ਖਾਰੀ ਹੈ। ਅਸੀਂ ਇਸ ਕਿਰਿਆ ਦੇ ਵਿੱਚ ਦੇਖਿਆ ਹੈ ਕਿ ਜਦੋਂ ਮੈਗਨੀਸ਼ੀਅਮ ਰਿਬਨ ਨੂੰ ਅਸੀਂ ਬਰਨਰ ਦੇ ਉੱਤੇ ਜਲਾਇਆ ਸੀ ਤਾਂ ਇੱਕ ਸਫੇਦ ਰੰਗ ਦਾ ਪਾਊਡਰ ਬਣਿਆ ਸੀ। ਉਹ ਸਫੇਦ ਰੰਗ ਦਾ ਪਾਊਡਰ ਜੋ ਬਣਿਆ ਹੈ ਉਹ ਇੱਕ ਨਵਾਂ ਪਦਾਰਥ ਹੈ। ਉਸ ਤੋਂ ਬਾਅਦ ਜਦੋਂ ਅਸੀਂ ਉਸ ਪਾਊਡਰ ਨੂੰ ਪਾਣੀ ਵਿੱਚ ਮਿਲਾਉਂਦੇ ਹਾਂ ਤਾਂ ਮੈਗਨੀਸ਼ੀਅਮ ਹਾਈਡਰੋਕਸਾਈਡ ਇੱਕ ਹੋਰ ਨਵੇਂ ਗੁਣਾਂ ਵਾਲਾ ਪਦਾਰਥ ਬਣ ਜਾਂਦਾ ਹੈ। ਜਦੋਂ ਇਹਨਾਂ ਦਾ ਅਸੀਂ ਟੈਸਟ ਕੀਤਾ ਹੈ ਤਾਂ ਜੋ ਨਵੇਂ ਗੁਣਾਂ ਵਾਲਾ ਇੱਕ ਨਵਾਂ ਪਦਾਰਥ ਮੈਗਨੀਸ਼ੀਅਮ ਹਾਈਡਰੋਕਸਾਈਡ ਬਣਿਆ ਹੈ ਉਸ ਦਾ ਸੁਭਾਅ ਖਾਰੀ ਹੈ। ਇਸ ਐਕਟੀਵਿਟੀ ਦੇ ਵਿੱਚ ਅਸੀਂ ਦੇਖਿਆ ਹੈ ਕਿ ਮੈਗਨੀਸ਼ੀਅਮ ਇੱਕ ਧਾਤ ਹੈ ਔਰ ਉਹ ਧਾਤ ਜੋ ਹੈ 2 ਜਾਂ 2 ਤੋਂ ਵੱਧ ਨਵੇਂ ਗੁਣਾਂ ਵਾਲੀ ਪਦਾਰਥ ਬਣਾਉਂਦੀ ਹੈ। ਜਦੋਂ ਵੀ ਕੋਈ ਪਦਾਰਥ 2 ਜਾਂ 2 ਤੋਂ ਵੱਧ ਨਵੇਂ ਗੁਣਾਂ ਵਾਲਾ ਪਦਾਰਥ ਬਣਾਉਂਦਾ ਹੈ ਤਾਂ ਉਸ ਨੂੰ ਰਸਾਇਣਿਕ ਪਰਿਵਰਤਨ ਕਹਿੰਦੇ ਹਨ। ਪਿਆਰੇ ਵਿਦਿਆਰਥੀਓ, ਹੁਣ ਤੱਕ ਅਸੀਂ 6 ਕਿਰਿਆਵਾਂ ਕੀਤੀਆਂ ਹਨ। ਕਿਰਿਆ 6.1 ਅਤੇ ਕਿਰਿਆ 6.2 ਵਿੱਚ ਤੁਸੀਂ ਵੇਖਿਆ ਕਿ ਕਾਗਜ਼ ਅਤੇ ਚਾਕ ਦੇ ਆਕਾਰ ਵਿੱਚ
ਪਰਿਵਰਤਨ ਹੋ ਜਾਂਦਾ ਹੈ। ਕਿਰਿਆ 6.3 ਅਤੇ ਕਿਰਿਆ 6.4 ਵਿੱਚ ਪਾਣੀ ਦੀ ਅਵਸਥਾ ਭਾਵ ਠੋਸ ਤੋਂ ਦ੍ਰਵ ਜਾਂ ਗੈਸ ਤੋਂ ਦ੍ਰਵ ਵਿੱਚ ਪਰਿਵਰਤਨ ਹੋ ਜਾਂਦਾ ਹੈ। ਕਿਰਿਆ 6.5 ਆਰੀ ਦੇ ਬਲੇਡ ਦਾ ਰੰਗ ਗਰਮ ਕਰਨ ਨਾਲ ਪਰਿਵਰਤਿਤ ਹੋ ਜਾਂਦਾ ਹੈ। ਪਦਾਰਥ ਦੇ ਆਕਾਰ, ਆਇਤਨ, ਰੰਗ ਅਤੇ ਅਵਸਥਾ ਵਰਗੇ ਗੁਣ ਭੌਤਿਕ ਗੁਣ ਅਖਵਾਉਂਦੇ ਹਨ। ਜਦੋਂ ਕਿਸੇ ਪਦਾਰਥ ਦੇ ਭੌਤਿਕ ਗੁਣਾਂ ਵਿੱਚ ਪਰਿਵਰਤਨ ਆਉਂਦਾ ਹੈ ਤਾਂ ਉਹ ਭੌਤਿਕ ਪਰਿਵਰਤਨ ਅਖਵਾਉਂਦਾ ਹੈ। ਕਿਰਿਆ 6.6 ਵਿੱਚ ਤੁਸੀਂ ਵੇਖਿਆ ਕਿ ਮੈਗਨੀਸ਼ੀਅਮ ਦੇ ਫੀਤੇ ਨੂੰ ਜਲਾਉਣ 'ਤੇ ਉਸ ਦੇ ਗੁਣਾਂ ਵਿੱਚ ਪਰਿਵਰਤਨ ਆ ਜਾਂਦਾ ਹੈ ਅਤੇ ਨਵੇਂ ਗੁਣਾਂ ਵਾਲਾ ਨਵਾਂ ਪਦਾਰਥ ਬਣ ਜਾਂਦਾ ਹੈ, ਜੋ ਕਿ ਇੱਕ ਰਸਾਇਣਿਕ ਪਰਿਵਰਤਨ ਹੈ। ਪਿਆਰੇ ਵਿਦਿਆਰਥੀਓ, ਆਓ ਤੁਹਾਨੂੰ ਹੁਣ ਤੱਕ ਜੋ ਪੜ੍ਹਿਆ ਹੈ ਉਸ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨਾਂ ਬਾਰੇ ਜਾਣੂ ਕਰਵਾਈਏ। ਪਹਿਲਾ ਪ੍ਰਸ਼ਨ, ਭੌਤਿਕ ਪਰਿਵਰਤਨ ਕੀ ਹੁੰਦਾ ਹੈ? ਅਜਿਹਾ ਪਰਿਵਰਤਨ ਜਿਸ ਵਿੱਚ ਪਦਾਰਥ ਦੇ ਭੌਤਿਕ ਗੁਣਾਂ ਵਿੱਚ ਪਰਿਵਰਤਨ ਆਉਂਦਾ ਹੈ, ਭੌਤਿਕ ਪਰਿਵਰਤਨ ਅਖਵਾਉਂਦਾ ਹੈ। ਅਗਲਾ ਪ੍ਰਸ਼ਨ, ਰਬੜ ਬੈਂਡ ਨੂੰ ਖਿੱਚਣ 'ਤੇ ਉਸ ਵਿੱਚ ਕਿਹੋ ਜਿਹਾ ਪਰਿਵਰਤਨ ਹੁੰਦਾ ਹੈ? ਰਬੜ ਬੈਂਡ ਨੂੰ ਖਿੱਚਣ 'ਤੇ ਉਸ ਵਿੱਚ ਭੌਤਿਕ ਪਰਿਵਰਤਨ ਹੁੰਦਾ ਹੈ। ਅਗਲਾ ਪ੍ਰਸ਼ਨ, ਲੱਕੜ ਦੇ ਗੋਲੇ ਨੂੰ ਟੁਕੜਿਆਂ ਵਿੱਚ ਕੱਟਣਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ? ਲੱਕੜ ਦੇ ਗੋਲੇ ਨੂੰ ਟੁਕੜਿਆਂ ਵਿੱਚ ਕੱਟਣਾ ਭੌਤਿਕ ਪਰਿਵਰਤਨ ਹੈ। ਅਗਲਾ ਪ੍ਰਸ਼ਨ, ਮੋਮ ਦਾ ਪਿਘਲਣਾ ਕਿਹੜਾ ਪਰਿਵਰਤਨ ਹੈ? ਮੋਮ ਦਾ ਪਿਘਲਣਾ ਭੌਤਿਕ ਪਰਿਵਰਤਨ ਹੈ। ਅਗਲਾ ਪ੍ਰਸ਼ਨ, ਅਜਿਹੇ ਪਰਿਵਰਤਨ ਭੌਤਿਕ ਪਰਿਵਰਤਨ ਅਖਵਾਉਂਦੇ ਹਨ ਜਿਨ੍ਹਾਂ ਵਿੱਚ ਕਿਸੇ ਪਦਾਰਥ ਦੇ ਸਿਰਫ ਡੈਸ਼ ਗੁਣਾਂ ਵਿੱਚ ਪਰਿਵਰਤਨ ਹੁੰਦਾ ਹੈ। ਅਜਿਹੇ ਪਰਿਵਰਤਨ ਭੌਤਿਕ ਪਰਿਵਰਤਨ ਅਖਵਾਉਂਦੇ ਹਨ ਜਿਨ੍ਹਾਂ ਵਿੱਚ ਕਿਸੇ ਪਦਾਰਥ ਦੇ ਸਿਰਫ ਭੌਤਿਕ ਗੁਣਾਂ ਵਿੱਚ ਪਰਿਵਰਤਨ ਹੁੰਦਾ ਹੈ। ਅਗਲਾ ਪ੍ਰਸ਼ਨ, ਖਿੜਕੀ ਦੇ ਸ਼ੀਸ਼ੇ ਦਾ ਟੁੱਟਣਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ? ਖਿੜਕੀ ਦੇ ਸ਼ੀਸ਼ੇ ਦਾ ਟੁੱਟਣਾ ਭੌਤਿਕ ਪਰਿਵਰਤਨ ਹੈ। ਅਗਲਾ ਪ੍ਰਸ਼ਨ, ਪਾਣੀ ਵਿੱਚ ਖੰਡ ਦਾ ਘੋਲਣਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ? ਪਾਣੀ ਵਿੱਚ ਖੰਡ ਦਾ ਘੋਲਣਾ ਭੌਤਿਕ ਪਰਿਵਰਤਨ ਹੈ। ਅਗਲਾ ਪ੍ਰਸ਼ਨ, ਰਸਾਇਣਿਕ ਪਰਿਵਰਤਨ ਹੋਣ 'ਤੇ ਕੀ ਹੁੰਦਾ ਹੈ? ਰਸਾਇਣਿਕ ਪਰਿਵਰਤਨ ਹੋਣ 'ਤੇ ਨਵੇਂ ਗੁਣਾਂ ਵਾਲਾ ਨਵਾਂ ਪਦਾਰਥ ਬਣਦਾ ਹੈ। ਅਗਲਾ ਪ੍ਰਸ਼ਨ, ਅਜਿਹੇ ਪਰਿਵਰਤਨ ਜਿਨ੍ਹਾਂ ਵਿੱਚ ਨਵੇਂ ਪਦਾਰਥ ਬਣਦੇ ਹਨ ਡੈਸ਼ ਪਰਿਵਰਤਨ ਅਖਵਾਉਂਦੇ ਹਨ। ਅਜਿਹੇ ਪਰਿਵਰਤਨ ਜਿਨ੍ਹਾਂ ਵਿੱਚ ਨਵੇਂ ਪਦਾਰਥ ਬਣਦੇ ਹਨ ਰਸਾਇਣਿਕ ਪਰਿਵਰਤਨ ਅਖਵਾਉਂਦੇ ਹਨ। ਅਗਲਾ ਪ੍ਰਸ਼ਨ, ਮੈਗਨੀਸ਼ੀਅਮ ਹਾਈਡਰੋਕਸਾਈਡ ਦੀ ਪ੍ਰਕਿਰਤੀ ਕਿਹੋ ਜਿਹੀ ਹੁੰਦੀ ਹੈ? ਮੈਗਨੀਸ਼ੀਅਮ ਹਾਈਡਰੋਕਸਾਈਡ ਦੀ ਪ੍ਰਕਿਰਤੀ ਖਾਰੀ ਹੁੰਦੀ ਹੈ। ਅਗਲਾ ਪ੍ਰਸ਼ਨ, ਮੈਗਨੀਸ਼ੀਅਮ ਫੀਤੇ ਦਾ ਜਲਣਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ? ਮੈਗਨੀਸ਼ੀਅਮ ਫੀਤੇ ਦਾ ਜਲਣਾ ਭੌਤਿਕ ਰਸਾਇਣਿਕ ਪਰਿਵਰਤਨ ਹੈ। ਅਗਲਾ ਪ੍ਰਸ਼ਨ, ਮੈਗਨੀਸ਼ੀਅਮ ਫੀਤੇ ਨੂੰ ਜਲਾਉਣ 'ਤੇ ਪ੍ਰਾਪਤ ਸੁਆਹ ਨੂੰ ਪਾਣੀ ਵਿੱਚ ਘੋਲਣ 'ਤੇ ਕੀ ਪ੍ਰਾਪਤ ਹੁੰਦਾ ਹੈ? ਮੈਗਨੀਸ਼ੀਅਮ ਫੀਤੇ ਨੂੰ ਜਲਾਉਣ 'ਤੇ ਪ੍ਰਾਪਤ ਸੁਆਹ ਨੂੰ ਪਾਣੀ ਵਿੱਚ ਘੋਲਣ 'ਤੇ ਮੈਗਨੀਸ਼ੀਅਮ ਹਾਈਡਰੋਕਸਾਈਡ ਪ੍ਰਾਪਤ ਹੁੰਦਾ ਹੈ, ਜੋ ਕਿ ਇੱਕ ਖਾਰ ਹੈ। ਪਿਆਰੇ ਵਿਦਿਆਰਥੀਓ, ਮੈਂ ਆਸ ਕਰਦਾ ਹਾਂ ਕਿ ਜੋ ਕਿਰਿਆਵਾਂ ਤੁਹਾਨੂੰ ਕਰਕੇ ਦਿਖਾਈਆਂ ਗਈਆਂ ਹਨ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈਆਂ ਹੋਣਗੀਆਂ। ਧੰਨਵਾਦ।